सामने एक प्रोजेक्ट चलता देख रहे हो तुसी सीचेवाल पिंड दे विच प्रोजेक्ट एक डंप बनाया गया जिथे पहला पिंड दा सारा कचरा सारी गंदगी जिहड़ी है वो लिया के इकट्ठी की जाती है ते फिर सामने जिहड़ी मशीन है देखण दे विच एक बहुत सधारण तुहानूं एक छानना लग रहा है पर इस छानने की जो आपां वैल्यू की गल करते हैं जां इस दे काम की गल करते हैं तो यह बेहद लाहेवंद है। जो तुसी प्रोजेक्ट की गल कर रहे हो ये बड़ा अज पूरे देश में इस प्रोजेक्ट की लोड़ है। इस पिंड दे विच ये मशीन एक तैयार की है जिहड़ी कि काफ़ी समय तो तैयार है तो जो भी सानू मौका मिलता है जो पूरी भर गर्मी आ जाती है तो जिहड़ियां रूड़ियां आ उन्होंने असीं छाण दिंदे आ ते रूड़ियां नूं छाण के जिहड़ी उहदी थल्ले वाली असल रूड़ी है जिहड़ी कि रूड़ी है वो जिहड़ी आ असीं साडे कोल नर्सरी है असीं पौधे पैदा करन वास्ते उन्हां लिफाफिਆਂ ਦੇ ਵਿੱਚ रूड़ी भरते हैं तो उन्हां विच जिहड़े पौधे पैदा करते हैं तो जिथे साडे वास्ते शराब सिद्ध होनी सी उत्थे ही वरदान है वातावरण वास्ते वरदान है जिथे इहने बीमारियां पैदा करनियां सीगियां उत्थे ये बूटे पैदा कर रही है ऑक्सीजन पैदा कर रही है। ਅਸੀਂ ਆਮ ਹੀ ਦੇਖਦੇ ਹਾਂ ਕਿ ਜਦੋਂ ਮੰਡੀਆਂ ਦੇ ਵਿੱਚ ਝੋਨਾ ਛਾਣ ਹੁੰਦਾ ਜਾਂ ਜਿਹੜੀ ਕਣਕ ਛਾਣ ਹੁੰਦੀ ਹੈ ਉਹਨੂੰ ਦੇਖ ਕੇ ਹੀ ਸੰਤ ਬਲਵੀਰ ਸਿੰਘ ਸੀਚੇਵਾਲ ਉਹਨਾਂ ਨੇ ਇੱਕ ਆਈਡੀਆ ਲਗਾਇਆ ਕਿ ਕਿਉਂ ਨਾ ਇਹੋ ਜਿਹੀ ਮਸ਼ੀਨ ਤਿਆਰ ਕਰ ਲਈ ਜਾਵੇ ਜਿਹਦੇ ਨਾਲ ਸਾਡੀ ਰੂੜੀ ਵੀ ਛਾਣੀ ਜਾਵੇ ਕਿਉਂਕਿ ਜੇਕਰ ਉਹ ਛਾਣਿਆ ਜਾ ਸਕਦਾ ਤਾਂ ਇਹ ਵੀ ਛਾਣੀ ਜਾਵੇ ਬਸ ਇੰਨਾ ਕਿ ਵੀ ਇਹਦੇ ਸੁਰਾਖ ਜਿਹੜੇ ਨੇ ਜਾਲੀ ਦੇ ਉਹ ਮੋਟੇ ਹੋਣਗੇ। ਪਹਿਲਾਂ ਇੱਕ ਛੋਟੀ ਮਸ਼ੀਨ ਬਣਾਈ ਗਈ ਸੀ ਤੇ ਜਿਹਨੂੰ ਕਿ ਹੱਥਾਂ ਦੇ ਨਾਲ ਜਿਹਦੇ ਵਿੱਚ ਰੂੜੀ ਪਾਈ ਜਾਂਦੀ ਸੀਗੀ ਟੋਕਰਿਆਂ ਦੇ ਨਾਲ ਪਾਈ ਜਾਂਦੀ ਸੀਗੀ ਤੇ ਉਸ ਉਹ ਇੱਕ ਰੱਖਿਆ ਸੀਗਾ ਮੋਟਿਵ ਕਿ ਪਿੰਡ ਦੇ ਵਿੱਚ ਮਨਰੇਗਾ ਵਰਕਰਸ ਹੁੰਦੇ ਨੇ ਇੱਕ ਤਾਂ ਉਹਨਾਂ ਨੂੰ ਜਿਹੜੀ ਆ ਉਹ ਉਹਨਾਂ ਦੀ ਇਨਕਮ ਦਾ ਸੋਰਸ ਬਣ ਜਾਏਗੀ। ਤਕਰੀਬਨ ਇਹਦੇ ਉੱਤੇ 3 ਲੱਖ ਰੁਪਏ ਦਾ ਜਿਹੜਾ ਉਹ ਖਰਚਾ ਆ ਜਾਂਦਾ ਤੇ ਇਹ ਬਿਜਲੀ ਤੇ ਚੱਲਦੀ ਹੈ ਤੇ ਬੜਾ ਸਧਾਰਨ ਜਿਹਾ ਸਿਸਟਮ ਹੈ ਜਿਵੇਂ ਅਸੀਂ ਪੱਖਾ ਆਮ ਲਾਉਂਦੇ ਆ ਉਸੇ ਤਰ੍ਹਾਂ ਹੀ ਇਹ ਪੱਖਾ ਹੀ ਕਹਿ ਲਓ ਵੀ ਪੱਖਾ ਚੱਲਦਾ। JCB ਮਸ਼ੀਨ ਦੇ ਨਾਲ ਜਿਹੜੀ ਬਾਗਟ ਭਰ ਕੇ ਕੂੜੇ ਦੀ ਆ ਉਹ ਵਿੱਚ ਸਿੱਟ ਦਿੱਤੀ ਜਾਂਦੀ ਆ ਉੱਪਰ ਉਹਦਾ ਮੂੰਹ ਦੇਖ ਸਕਦੇ ਆ ਤੁਸੀਂ ਤੇ ਜਦੋਂ ਮੂੰਹ ਦੇ ਵਿੱਚ ਡਿੱਗਦੀ ਆ ਤਾਂ ਉਹ ਬੜੇ ਸਹਿਜੇ ਜਿਹੜੀ ਆ ਉਹ ਛਾਣ ਹੁੰਦੀ ਆ ਉਹ ਜਿਹੜੇ ਪਹਿਲਾਂ ਮੋਟੇ ਸਰਾਖ ਹੈ ਵੱਡੇ ਸਰਾਖ ਆ ਉਹਨਾਂ ਦੇ ਵਿੱਚ ਜਿਹੜੀ ਆ ਉਹ ਰੂੜੀ ਜਿਹੜੀ ਕੱਲੀ ਆ ਉਹ ਜਿਹੜੀ ਥੱਲੇ ਗਿਰ ਜਾਂਦੀ ਆ ਜਿਹੜਾ ਰੋੜਾ ਵੱਟਾ ਕੱਚ ਜਾਂ ਲਿਫਾਫਾ ਹੈ ਪਲਾਸਟਿਕ ਹੈ ਉਹ ਸਾਰੀ ਦੀ ਸਾਰੀ ਵੱਖ ਹੋ ਜਾਂਦੀ ਹੈ ਜਿਹੜੀ ਸਾਰੀ ਰੂੜੀ ਆ ਉਹ ਅਸੀਂ ਯੂਜ਼ ਕਰ ਲੈਂਦੇ ਆ। किन्नी खाद निकल जाती है फिर किन्ने पौधों की या किन्नी जमीन के वास्ते फायदेमंद हैगी भी साढ़े को कूड़ा बहुत थोड़ा जेकर असीं देना चाहिए तुसीं सामने देख सकते हो कि इस अंबार दे विचों 15-20 ट्रालियां निकलणगियां ते वो किसी एक खेत के बराबर होणगियां बहुत ही ज़्यादा नहीं लोड़ पऊगी। जिवें दूसरियां खादां देखते हैं आपां है ना इहदे विच इह तां नहीं कोई पावर दे विच लगदी है कोई तुसीं तां खेती दे विच इहनूं यूज़ कर रहे हो है ना किन्नी कि इहदी पावर दे विच कोई कमी पेशी तां नहीं कोई रहिंदी इदां दी जदों असीं ਸਿੰਥੈਟਿਕ ਦਵਾਈਆਂ ਪਾਉਂਦੇ ਆ ਫਰਟੀਲਾਈਜ਼ਰ ਪਾਉਂਦੇ ਆ ਉਹਦੇ ਨਾਲ ਜ਼ਮੀਨ ਦਾ ਨੁਕਸਾਨ ਹੁੰਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਜਦੋਂ ਅਸੀਂ ਇਸ ਰੂੜੀ ਨੂੰ ਪਾਉਂਦੇ ਤਾਂ ਉਹਦਾ ਨੁਕਸਾਨ ਨਹੀਂ ਹੋਏਗਾ ਕਦੀ ਵੀ। ਸਤਿ ਸ਼੍ਰੀ ਅਕਾਲ ਹਮਦਰਦ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਸਿੰਘ। ਪੰਜਾਬ ਦੇ ਲੋਕ ਪੰਜਾਬ ਦੀਆਂ ਪੰਚਾਇਤਾਂ ਪੰਜਾਬ ਦੇ ਪਿੰਡਾਂ ਨੂੰ ਸੋਹਣਾ ਬਣਾਉਣ ਦੇ ਲਈ ਬੇਸ਼ੱਕ ਲੱਖਾਂ ਰੁਪਏ ਸਰਕਾਰ ਤੋਂ ਗਰਾਂਟਾਂ ਲਗਾ ਕੇ ਖਰਚ ਕਰ ਦਿੰਦੀਆਂ ਨੇ ਸੋਹਣੀਆਂ ਸੜਕਾਂ ਵੀ ਬਣ ਜਾਂਦੀਆਂ ਨੇ ਸੀਵਰੇਜ ਵੀ ਪੈ ਜਾਂਦੇ ਨੇ ਪਰ ਹਰ ਪਿੰਡ ਦੇ ਵਿੱਚ ਇੱਕ ਸਮੱਸਿਆ ਜ਼ਰੂਰ ਰਹਿੰਦੀ ਹੈ ਫਿਰਨੀਆਂ ਦੇ ਉੱਤੇ ਗੰਦਗੀ ਦੇ ਢੇਰਾਂ ਦੀ ਤਾਂ ਇਹਨਾਂ ਗੰਦਗੀ ਦੇ ਢੇਰਾਂ ਨੂੰ ਖਤਮ ਕਰਕੇ ਇਸ ਨੂੰ ਖਾਦ ਦੇ ਤੌਰ ਦੇ ਉੱਤੇ ਵਰਤਣ ਦੇ ਲਈ ਸੰਤ ਬਾਬਾ ਬਲਵੀਰ ਸਿੰਘ ਜੀ ਵਾਤਾਵਰਨ ਪ੍ਰੇਮੀ ਨੇ ਜਿਹੜੇ ਸੀਚੇਵਾਲ ਹੋ ਰਹੀ ਉਹਨਾਂ ਦੇ ਵੱਲੋਂ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਜੋ ਪਿੰਡ ਦੀ ਸਾਰੇ ਕਚਰੇ ਨੂੰ ਪਿੰਡ ਦੇ ਗੰਦਗੀ ਨੂੰ ਇਸ ਤਰੀਕੇ ਦੇ ਨਾਲ ਇੱਕ ਮਸ਼ੀਨ ਦੇ ਵਿੱਚ ਟ੍ਰੀਟ ਕਰਦੇ ਨੇ ਕਿ ਉਸ ਤੋਂ ਖਾਦ ਬਣਦੀ ਹੈ ਤੇ ਫਿਰ ਉਹੀ ਖਾਦ ਇੱਕ ਖਜ਼ਾਨੇ ਦੇ ਰੂਪ ਦੇ ਵਿੱਚ ਤੁਹਾਡੇ ਖੇਤਾਂ ਦੇ ਵਿੱਚ ਜਾਂਦੀ ਹੈ ਤੇ ਖੇਤਾਂ ਦੇ ਵਿੱਚ ਫਸਲਾਂ ਨੂੰ ਲਾਹੇਵੰਦ ਹੁੰਦੀ ਹੈ। ਸਾਹਮਣੇ ਇੱਕ ਪ੍ਰੋਜੈਕਟ ਚੱਲਦਾ ਦੇਖ ਰਹੇ ਹੋ ਤੁਸੀਂ ਸੀਚੇਵਾਲ ਪਿੰਡ ਦੇ ਵਿੱਚ ਪ੍ਰੋਜੈਕਟ ਇੱਕ ਡੰਪ ਬਣਾਇਆ ਗਿਆ ਜਿੱਥੇ ਪਹਿਲਾਂ ਪਿੰਡ ਦਾ ਸਾਰਾ ਕਚਰਾ ਸਾਰੀ ਗੰਦਗੀ ਜਿਹੜੀ ਹੈ ਉਹ ਲਿਆ ਕੇ ਇਕੱਠੀ ਕੀਤੀ ਜਾਂਦੀ ਹੈ ਤੇ ਫਿਰ ਇਹ ਸਾਹਮਣੇ ਜਿਹੜੀ ਮਸ਼ੀਨ ਹੈ ਦੇਖਣ ਦੇ ਵਿੱਚ ਇੱਕ ਬਹੁਤ ਸਧਾਰਨ ਤੁਹਾਨੂੰ ਇੱਕ ਛਾਨਣਾ ਲੱਗ ਰਿਹਾ ਹੈ ਪਰ ਇਸ ਛਾਨਣੇ ਦੀ ਜਦੋਂ ਆਪਾਂ ਵੈਲਿਊ ਦੀ ਗੱਲ ਕਰਦੇ ਹਾਂ ਜਾਂ ਇਸ ਦੇ ਕੰਮ ਦੀ ਗੱਲ ਕਰਦੇ ਹਾਂ ਤਾਂ ਇਹ ਬੇਹੱਦ ਲਾਹੇਵੰਦ ਹੈ। ਔਰ ਅੱਜ ਦੀ ਇਸ ਰਿਪੋਰਟ ਨੂੰ ਤੁਹਾਨੂੰ ਦਿਖਾਉਣ ਦਾ ਮਕਸਦ ਵੀ ਇਹੀ ਹੈ ਕਿ ਇਹ ਬਹੁਤ ਸਿੰਪਲ ਪ੍ਰੋਜੈਕਟ ਹੈ ਤੇ ਜੇਕਰ ਤੁਸੀਂ ਹਿੰਮਤ ਕਰਕੇ ਇਸ ਪ੍ਰੋਜੈਕਟ ਨੂੰ ਆਪਣੇ ਪਿੰਡ ਦੇ ਵਿੱਚ ਲਗਾਉਂਦੇ ਹੋ ਤਾਂ ਨਾ ਸਿਰਫ ਤੁਹਾਡੇ ਪਿੰਡ ਦੇ ਵਿੱਚੋਂ ਗੰਦਗੀ ਦੇ ਢੇਰ ਚੱਕੇ ਜਾਣਗੇ ਬਲਕਿ
ਤੁਹਾਨੂੰ ਉਸ ਗੰਦਗੀ ਦੇ ਢੇਰ ਦੇ ਵਿੱਚੋਂ ਖਜ਼ਾਨਾ ਰੂਪੀ ਖਾਦ ਵੀ ਮਿਲੇਗੀ ਜੋ ਤੁਹਾਡੀਆਂ ਫਸਲਾਂ ਦੇ ਲਈ ਲਾਹੇਵੰਦ ਹੋਵੇਗੀ। ਤਾਂ ਸਾਡੇ ਨਾਲ ਇਸ ਸਮੇਂ ਪਿੰਡ ਸੀਚੇਵਾਲ ਦੇ ਸਰਪੰਚ ਸਾਹਿਬ ਮੌਜੂਦ ਨੇ। ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਹਾਂ, ਪੂਰੇ ਪ੍ਰੋਜੈਕਟ ਦੇ ਬਾਰੇ ਗੱਲਬਾਤ ਕਰਾਂਗੇ। ਸਰਪੰਚ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ, ਆਪਣੀ ਤਾਰਫ ਜਿਹੜਾ ਹੈ ਉਹ ਸੰਗਤ ਨੂੰ ਜ਼ਰੂਰ ਕਰਿਓ। ਜੀ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੋ ਤੁਸੀਂ ਪ੍ਰੋਜੈਕਟ ਦੀ ਗੱਲ ਕਰ ਰਹੇ ਹੋ, ਇਹ ਬੜਾ ਅੱਜ ਪੂਰੇ ਦੇਸ਼ ਨੂੰ ਇਸ ਪ੍ਰੋਜੈਕਟ ਦੀ ਲੋੜ ਹੈ, ਕਿਉਂਕਿ ਦੇਸ਼ ਵਿੱਚ ਜਿਹੜੀ ਗੰਦੇ ਪਾਣੀਆਂ ਦੀ ਸਮੱਸਿਆ, ਕੂੜੇ ਕਰਕਟ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਤੇ ਜਦੋਂ ਇਹ ਸਮੱਸਿਆ ਦੇ ਨਾਲ ਜੂਝਣ ਦਾ ਵੇਲਾ ਆਉਂਦਾ ਹੈ ਤਾਂ ਸਰਕਾਰਾਂ ਲੱਖਾਂ ਕਰੋੜਾਂ ਪ੍ਰੋਜੈਕਟ ਜਿਹੜੇ ਲਗਾਉਂਦੀ ਆ, ਅਰਬਾਂ ਖਰਬਾਂ ਰੁਪਈਆ ਖਰਚ ਕਰਦੀ ਹੈ ਤਾਂ ਕਿ ਦੇਸ਼ ਨੂੰ ਸਾਫ਼ ਸੁਥਰਾ ਬਣਾਇਆ ਜਾ ਸਕੇ, ਦੇਸ਼ ਨੂੰ ਸਾਫ਼ ਕੀਤਾ ਜਾ ਸਕੇ। ਪਰ ਫਿਰ ਵੀ ਕਿਤੇ ਨਾ ਕਿਤੇ ਉਹ ਪ੍ਰੋਜੈਕਟ ਫੇਲ ਹੋ ਜਾਂਦੇ ਨੇ, ਕਿਉਂਕਿ ਉਹਨਾਂ ਪਿੱਛੇ ਡੈਡੀਕੇਸ਼ਨ ਨਹੀਂ ਹੁੰਦੀ ਜਦੋਂ ਤੱਕ ਮੈਨੂੰ ਲੱਗਦਾ। ਤੇ ਸੰਤ ਬਲਵੀਰ ਸਿੰਘ ਸੀਚੇਵਾਲ ਜਿਹੜੇ ਜਾਣਕਾਰੀ ਦੇ ਮੁਹਤਾਜ ਨਹੀਂ ਹੈਗੇ, ਜਿਹੜੇ ਪੂਰੀ ਦੇਸ਼ ਦੁਨੀਆ ਦੇ ਵਿੱਚ ਉਹਨਾਂ ਨੂੰ ਹਰ ਕੋਈ ਜਾਣਦਾ ਤੇ ਵਾਤਾਵਰਨ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਜਾਣਿਆ ਜਾਂਦਾ। ਤੇ ਉਹਨਾਂ ਨੇ ਇਸ ਪਿੰਡ ਦੇ ਵਿੱਚ ਇਹ ਮਸ਼ੀਨ ਇੱਕ ਤਿਆਰ ਕੀਤੀ ਹੈ, ਜਿਹੜੀ ਕਿ ਕਾਫੀ ਸਮੇਂ ਤੋਂ ਤਿਆਰ ਹੈ। ਤੇ ਜਦੋਂ ਵੀ ਸਾਨੂੰ ਮੌਕਾ ਮਿਲਦਾ, ਜਦੋਂ ਪੂਰੀ ਭਰ ਗਰਮੀ ਆ ਜਾਂਦੀ ਹੈ ਤਾਂ ਜਿਹੜੀਆਂ ਰੂੜੀਆਂ ਆ ਹੁਣ ਅਸੀਂ ਛਾਣ ਦਿੰਦੇ ਹਾਂ, ਕਿਉਂਕਿ ਸਾਡੇ ਸਾਰੇ ਪਿੰਡ ਦਾ ਕੂੜਾ ਇੱਕ ਜਗ੍ਹਾ ਇਕੱਠਾ ਹੁੰਦਾ ਤੇ ਰੂੜੀਆਂ ਨੂੰ ਛਾਣ ਲਿਆ ਜਾਂਦਾ ਹੈ। ਤੇ ਰੂੜੀਆਂ ਨੂੰ ਛਾਣ ਕੇ ਜਿਹੜੀ ਉਹਦੀ ਥੱਲੇ ਵਾਲੀ ਅਸਲ ਰੂੜੀ ਹੈ, ਜਿਹੜੀ ਕਿ ਰੂੜੀ ਹੈ, ਉਹ ਜਿਹੜੀ ਆ ਉਹ ਅਸੀਂ ਸਾਡੇ ਕੋਲ ਨਰਸਰੀ ਹੈ, ਅਸੀਂ ਪੌਦੇ ਪੈਦਾ ਕਰਨ ਵਾਸਤੇ ਉਹਨਾਂ ਲਿਫਾਫਿਆਂ ਦੇ ਵਿੱਚ ਰੂੜੀ ਭਰਦੇ ਹਾਂ ਤੇ ਉਹਨਾਂ ਵਿੱਚ ਜਿਹੜੇ ਪੌਦੇ ਪੈਦਾ ਕਰਦੇ ਹਾਂ। ਤੋ ਜਿੱਥੇ ਸਾਡੇ ਵਾਸਤੇ ਸ਼ਰਾਬ ਸਿੱਧ ਹੋਣੀ ਸੀ, ਉੱਥੇ ਹੀ ਵਰਦਾਨ ਹੈ, ਵਾਤਾਵਰਨ ਵਾਸਤੇ ਵਰਦਾਨ ਹੈ। ਜਿੱਥੇ ਇਹਨੇ ਬਿਮਾਰੀਆਂ ਪੈਦਾ ਕਰਨੀਆਂ ਸੀਗੀਆਂ, ਉੱਥੇ ਇਹ ਬੂਟੇ ਪੈਦਾ ਕਰ ਰਹੀ ਹੈ, ਆਕਸੀਜਨ ਪੈਦਾ ਕਰ ਰਹੀ ਹੈ। ਸਰਪੰਚ ਸਾਹਿਬ, ਜਿਵੇਂ ਆਪਾਂ ਦੇਖਦੇ ਹਾਂ ਇਸ ਪ੍ਰੋਜੈਕਟ ਨੂੰ, ਬੜਾ ਸਧਾਰਨ ਜਿਹਾ ਪ੍ਰੋਜੈਕਟ ਹੈ। ਰਿਪੋਰਟ ਨੂੰ ਦਿਖਾਉਣ ਦਾ ਮਕਸਦ ਵੀ ਬਹੁਤ ਸਾਰੇ ਲੋਕ ਕਹਿਣਗੇ ਇੱਕ ਸਿੰਪਲ ਜਿਹਾ ਛਾਨਣਾ ਲਾਇਆ, ਪਰ ਗੱਲ ਤੁਸੀਂ ਕਿਹਾ ਵੀ ਡੈਡੀਕੇਸ਼ਨ ਦੀ ਹੈ ਨਾ। ਇੱਕ ਵਾਰ ਥੋੜਾ ਜਿਹਾ ਵਰਕਿੰਗ ਦੱਸ ਦਿਓ ਇਸ ਮਸ਼ੀਨ ਦੇ ਬਾਰੇ, ਕਿੱਥੋਂ ਇਹ ਮਸ਼ੀਨ ਲਿਆਂਦੀ ਹੈ, ਕਿਹਨੇ ਤਿਆਰ ਕੀਤੀ, ਕਿਵੇਂ ਵਰਕਿੰਗ ਕੀ ਹੈਗੀ ਆ, ਕੀ ਵੱਖ ਕਰਦੀ ਹੈ ਤੇ ਕੀ ਵਿੱਚੋਂ ਨਿਕਲਦਾ ਜੀ। ਬੜੀ ਇਹਨੂੰ ਕਹਿ ਦਿੰਦੇ ਵੀ ਕਿ ਬੜਾ ਸੌਖਾ ਜਿਹਾ ਮੈਥਡ ਕਿ ਅਸੀਂ ਆਮ ਹੀ ਦੇਖਦੇ ਹਾਂ ਕਿ ਜਦੋਂ ਮੰਡੀਆਂ ਦੇ ਵਿੱਚ ਝੋਨਾ ਛਾਣ ਹੁੰਦਾ ਜਾਂ ਜਿਹੜੀ ਕਣਕ ਛਾਣ ਹੁੰਦੀ ਹੈ, ਉਹਨੂੰ ਦੇਖ ਕੇ ਹੀ ਸੰਤ ਬਲਵੀਰ ਸਿੰਘ ਸੀਚੇਵਾਲ ਹੁਣਾਂ ਨੇ ਇੱਕ ਆਈਡੀਆ ਲਗਾਇਆ ਕਿ ਕਿਉਂ ਨਾ ਇਹੋ ਜਿਹੀ ਮਸ਼ੀਨ ਤਿਆਰ ਕਰ ਲਈ ਜਾਵੇ ਜਿਹਦੇ ਨਾਲ ਸਾਡੀ ਰੂੜੀ ਵੀ ਛਾਣੀ ਜਾਵੇ। ਕਿਉਂਕਿ ਜੇਕਰ ਉਹ ਛਾਣਿਆ ਜਾ ਸਕਦਾ ਤਾਂ ਇਹ ਵੀ ਛਾਣੀ ਜਾ ਸਕਦਾ। ਬਸ ਇੰਨਾ ਕਿ ਵੀ ਇਹਦੇ ਸੁਰਾਖ ਜਿਹੜੇ ਨੇ ਜਾਲੀ ਦੇ ਉਹ ਮੋਟੇ ਹੋਣਗੇ ਤਾਂ ਜਿਹੜੀ ਮਿੱਟੀ ਹੈ ਤਾਂ ਉਹ ਆਪਣੇ ਆਪ ਜਿਹੜੀ ਉਹ ਛਾਣ ਕੇ ਜਿਹੜੀ ਵੱਖ ਹੋ ਜਾਏਗੀ। ਤੇ ਇਹ ਮਸ਼ੀਨ ਨੂੰ ਸੰਤ ਬਲਵੀਰ ਸਿੰਘ ਜੀ ਨੇ, ਉਹ ਜਿਹੜਾ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਤਕਨੀਕੀ ਸੇਵਾ ਕੇਂਦਰ ਹੈ, ਉਹਦੇ ਵਿੱਚ ਹੀ ਤਿਆਰ ਕਰਵਾਇਆ। ਤੇ ਉਹਨੂੰ ਤਿਆਰ ਕਰਾ ਕੇ ਆਪਦੇ ਦਿਮਾਗ ਅਨੁਸਾਰ ਜਿੱਦਾਂ ਜਿੱਦਾਂ ਉਹਨਾਂ ਨੂੰ ਲੋੜ ਲੱਗੀ ਕਿ ਆਹ ਚੀਜ਼ ਦੀ ਲੋੜ ਚਾਹੀਦੀ ਹੈ ਇਹਦੇ ਵਿੱਚ, ਪਹਿਲਾਂ ਇੱਕ ਛੋਟੀ ਮਸ਼ੀਨ ਬਣਾਈ ਗਈ ਸੀ ਤੇ ਜਿਹਨੂੰ ਕਿ ਹੱਥਾਂ ਦੇ ਨਾਲ ਜਿਹਦੇ ਵਿੱਚ ਰੂੜੀ ਪਾਈ ਜਾਂਦੀ ਸੀਗੀ, ਟੋਕਰਿਆਂ ਦੇ ਨਾਲ ਪਾਈ ਜਾਂਦੀ ਸੀਗੀ। ਤੇ ਉਹ ਇੱਕ ਰੱਖਿਆ ਸੀਗਾ ਮੋਟਿਵ ਕਿ ਪਿੰਡ ਦੇ ਵਿੱਚ ਮਨਰੇਗਾ ਵਰਕਰਸ ਹੁੰਦੇ ਨੇ, ਇੱਕ ਤਾਂ ਉਹਨਾਂ ਨੂੰ ਜਿਹੜੀ ਆ ਉਹ ਉਹਨਾਂ ਦੀ ਇਨਕਮ ਦਾ ਸੋਰਸ ਬਣ ਜਾਏਗੀ, ਉਹ ਲੋਕਾਂ ਨੂੰ ਰੁਜ਼ਗਾਰ ਮਿਲ ਜਾਏਗਾ ਤੇ ਉੱਤੇ ਪਿੰਡ ਦੀ ਸਫਾਈ ਹੋ ਜਾਏਗੀ। ਉਸ ਤੋਂ ਬਾਅਦ ਮਹਿਸੂਸ ਹੋਇਆ ਕਿ ਨਹੀਂ, ਇੱਕ ਥੋੜ੍ਹੇ ਵੱਡੇ ਪੱਧਰ ਤੇ ਚਾਹੀਦੀ ਹੈ ਤਾਂ ਕਿ ਇਸ ਮੁਹਿੰਮ ਨੂੰ ਬਹੁਤ ਤੇਜ਼ੀ ਨਾਲ ਕੀਤਾ ਜਾ ਸਕੇ। ਹੁਣ ਜਿਹੜੀ ਆ ਉਹ JCB ਦੀ ਮਸ਼ੀਨ ਦੇ ਨਾਲ ਸਹਾਇਤਾ ਦੇ ਨਾਲ ਇਹ ਮਸ਼ੀਨਾਂ ਬਣਾਈਆਂ ਗਈਆਂ। ਕਾਫੀ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨਾਂ, DC ਸਾਹਿਬਾਨ ਵੀ ਜਿੱਦਾਂ ਖੰਨੇ ਤੋਂ ਆਏ ਸੀਗੇ, ਉਹਨਾਂ ਨੇ ਵੀ ਇਹ ਮਸ਼ੀਨ ਜਿਹੜੀ ਆ ਉਹ ਇੱਕ ਲਈ ਸੀਗੀ ਤੇ ਬਾਬਾ ਜੀ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਆਪਦੇ ਵਾਸਤੇ ਨਵੀਂ ਤਿਆਰ ਕਰ ਲਓ। ਤਕਰੀਬਨ ਇਹਦੇ ਉੱਤੇ 3 ਲੱਖ ਰੁਪਏ ਦਾ ਜਿਹੜਾ ਉਹ ਖਰਚਾ ਆ ਜਾਂਦਾ ਤੇ ਇਹ ਬਿਜਲੀ ਤੇ ਚੱਲਦੀ ਹੈ ਤੇ ਬੜਾ ਸਧਾਰਨ ਜਿਹਾ ਸਿਸਟਮ ਹੈ। ਜਿਵੇਂ ਅਸੀਂ ਪੱਖਾ ਆਮ ਲਾਉਂਦੇ ਆ ਉਸੇ ਤਰ੍ਹਾਂ ਹੀ ਇਹ ਪੱਖਾ ਹੀ ਕਹਿ ਲਓ ਵੀ ਪੱਖਾ ਚੱਲਦਾ। ਇਹਦੇ ਵਿੱਚ ਜਿਹੜੀ ਆ JCB ਮਸ਼ੀਨ ਦੇ ਨਾਲ ਜਿਹੜੀ ਬਾਗਟ ਭਰ ਕੇ ਕੂੜੇ ਦੀ ਆ ਉਹ ਵਿੱਚ ਸਿੱਟ ਦਿੱਤੀ ਜਾਂਦੀ ਆ। ਉੱਪਰ ਉਹਦਾ ਮੂੰਹ ਦੇਖ ਸਕਦੇ ਹੋ ਤੁਸੀਂ, ਤੇ ਜਦੋਂ ਮੂੰਹ ਦੇ ਵਿੱਚ ਡਿੱਗਦੀ ਆ ਤਾਂ ਉਹ ਬੜੇ ਸਹਿਜੇ ਜਿਹੜੀ ਆ ਉਹ ਛਾਣ ਹੁੰਦੀ ਹੈ। ਉਹ ਜਿਹੜੇ ਪਹਿਲਾਂ ਮੋਟੇ ਸਰਾਖ ਹੈ, ਵੱਡੇ ਸਰਾਖ ਉਹਨਾਂ ਦੇ ਵਿੱਚ ਜਿਹੜੀ ਆ ਉਹ ਰੂੜੀ ਜਿਹੜੀ ਕੱਲੀ ਆ ਉਹ ਜਿਹੜੀ ਥੱਲੇ ਕਿਰ ਜਾਂਦੀ ਹੈ। ਜਿਹੜਾ ਰੋੜਾ, ਵੱਟਾ, ਕੱਚ ਜਾਂ ਲਿਫਾਫਾ ਹੈ, ਪਲਾਸਟਿਕ ਹੈ, ਉਹ ਸਾਰੀ ਦੀ ਸਾਰੀ ਵੱਖ ਹੋ ਜਾਂਦੀ ਹੈ। ਜਿਹੜੀ ਸਾਰੀ ਰੂੜੀ ਆ ਉਹ ਅਸੀਂ ਯੂਜ਼ ਕਰ ਲੈਂਦੇ ਹਾਂ ਤੇ ਜਿਹੜਾ ਸਾਡੇ ਕੋਲ ਪਲਾਸਟਿਕ ਜਾਂ ਜਿਹੜਾ ਜਿੰਨੇ ਪਦਾਰਥ ਬਚਦੇ ਆ ਉਹ ਅਸੀਂ ਜਿਹੜੇ ਰੋਡ ਤੇ ਘੱਲ ਵਗੈਰਾ ਪੈ ਜਾਂਦੇ ਆ, ਖੱਡੇ ਵਗੈਰਾ ਪੈ ਜਾਂਦੇ, ਉਹਨਾਂ ਨੂੰ ਫਿਲਿੰਗ ਕਰਨ ਵਾਸਤੇ ਅਸੀਂ ਉਹਨੂੰ ਵਰਤਦੇ ਹਾਂ। ਕਿਉਂਕਿ ਹਜੇ ਕੋਈ ਉਹਦਾ ਹੈ ਨਹੀਂ ਸਾਡੇ ਕੋਲ ਵੀ ਉਹਦਾ ਕੋਈ ਹੱਲ ਕੀਤਾ ਜਾ ਸਕੇ, ਪਰ ਇੱਕ ਕੋਸ਼ਿਸ਼ ਹੈ ਬਾਬਾ ਜੀ ਦੀ ਪ੍ਰੇਰਨਾ ਦੇ ਨਾਲ ਉਹ ਵੀ ਲੱਗਿਆ ਕਿ ਅਸੀਂ ਕੂੜੇ ਨੂੰ ਸੈਗਰੀਗੇਸ਼ਨ ਕਰਨ ਵਾਸਤੇ, ਵੱਖ-ਵੱਖ ਕਰਨ ਵਾਸਤੇ, ਤਾਂ ਕਿ ਇਹਦੀ ਵਿਕਰੀ ਹੋ ਸਕੇ ਤੇ ਸਾਡੀ ਇਨਕਮ ਜਨਰੇਟ ਹੋ ਸਕੇ। ਅਸੀਂ ਉਸ ਪਾਸੇ ਵੀ ਲੱਗੇ ਹੋਏ ਹਾਂ। ਇਸ ਪ੍ਰੋਜੈਕਟ ਦੇ ਨਾਲ ਕਿੰਨਾ ਕੁ ਲਾਹਾ ਮਹਿਸੂਸ ਕੀਤਾ ਤੁਸੀਂ? ਵਾਤਾਵਰਨ ਦੀ ਸਫਾਈ ਚਲੋ ਉਹ ਵੀ ਹੋ ਰਹੀ ਹੈ, ਪੌਦਿਆਂ ਦੀ ਗੱਲ ਕੀਤੀ ਹੈ, ਕਿੰਨੀ ਕੁ ਖਾਦ ਨਿਕਲ ਜਾਂਦੀ ਹੈ ਇਹਦੇ ਵਿੱਚੋਂ, ਫਿਰ ਕਿੰਨੇ ਕੁ ਪੌਦਿਆਂ ਦੀ ਜਾਂ ਕਿੰਨੀ ਜ਼ਮੀਨ ਦੇ ਵਾਸਤੇ ਫਾਇਦੇਮੰਦ ਹੈਗੀ ਹੈ? ਜੇਕਰ ਦੇਖੀਏ ਕਿ ਜ਼ਮੀਨਾਂ ਸਾਡੇ ਕੋਲ ਬਹੁਤ ਜ਼ਿਆਦੀਆਂ ਤੇ ਕੂੜਾ ਬਹੁਤ ਘੱਟ ਹੈ। ਪਹਿਲਾਂ ਤਾਂ ਲੋਕ ਜ਼ਿਮੀਂਦਾਰ ਜਿਹੜੇ ਸੀਗੇ ਉਹ ਪਸ਼ੂਆਂ ਨੂੰ ਜਿਹੜਾ ਵਾ ਉਹ ਖੇਤਾਂ ਦੇ ਵਿੱਚ ਬੰਨ੍ਹਦੇ ਸੀ ਤਾਂ ਕਿ ਉਹਨਾਂ ਦਾ ਮਲ ਮੂਤਰ ਜਿਹੜਾ ਆ ਉਹ ਖੇਤਾਂ ਦੇ ਵਿੱਚ ਹੀ ਰਹਿ ਸਕੇ ਤੇ ਫਸਲ ਵਧੀਆ ਹੋ ਸਕੇ। ਪਰ ਅਸੀਂ 21ਵੀਂ ਸਦੀ ਦੇ ਹੋਣ ਕਰਕੇ ਕਹਿ ਲਓ ਵਿਕਾਸ ਦੇ ਨਾਂ ਤੇ ਜਿਹੜਾ ਅਸੀਂ ਆਪਣਾ ਵਾਤਾਵਰਨ ਵਿਗਾੜ ਲਿਆ ਕਿ ਅਸੀਂ ਆਪਣਾ ਨਾ ਤਾਂ ਸੱਭਿਆਚਾਰ ਸਾਂਭਿਆ ਤੇ ਨਾ ਵਾਤਾਵਰਨ ਜਿਹੜਾ ਉਹ ਸਾਂਭਿਆ। ਉਹਦਾ ਇੱਕ ਨਿਗਾਰ ਸੀਗਾ ਕਿ ਪਿੰਡਾਂ ਦੇ ਵਿੱਚ ਕੂੜਾ ਜਿਹੜਾ ਉਹ ਬੇਸ਼ੁਮਾਰ ਹੋ ਗਿਆ, ਪਿੰਡਾਂ ਦੇ ਵਿੱਚ ਗੰਦੇ ਪਾਣੀ ਬੇਸ਼ੁਮਾਰ ਹੋ ਗਏ ਤੇ ਕਿਤੇ ਨਾ ਕਿਤੇ ਉਹ ਤਰਾਸਦੀ ਨੂੰ ਦੇਖਦੇ ਹੋਏ ਇਹ ਚੀਜ਼ ਜਿਹੜੀ ਉਹ ਬਣਾਈ ਆ। ਤੇ ਤਕਰੀਬਨ ਵੀ ਸਾਡੇ ਕੋਲ ਕੂੜਾ ਬਹੁਤ ਥੋੜਾ
ਜੇਕਰ ਅਸੀਂ ਇਹ ਦੇਣਾ ਚਾਹੀਏ, ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇਸ ਅੰਬਾਰ ਦੇ ਵਿੱਚੋਂ 15-20 ਟਰਾਲੀਆਂ ਨਿਕਲਣਗੀਆਂ ਤੇ ਉਹ ਕਿਸੇ ਇੱਕ ਖੇਤ ਦੇ ਬਰਾਬਰ ਹੋਣਗੀਆਂ, ਬਹੁਤੀ ਜ਼ਿਆਦਾ ਤਾਂ ਨਹੀਂ ਲੋੜ ਪਊਗੀ। ਅੱਜ ਵੀ ਜ਼ਿਮੀਂਦਾਰ ਜਿਹੜੇ ਆ ਉਹ ਗੋਹਾ ਤਾਂ ਆਪਦੇ ਉਹਦੇ ਵਿੱਚ ਹੀ ਸਿੱਟਦੇ ਆ, ਜ਼ਮੀਨ ਦੇ ਵਿੱਚ ਹੀ ਸਿੱਟਦੇ ਤਾਂ ਕਿ ਫਸਲ ਵਧੀਆ ਹੋ ਜਾਏ। ਪਰ ਜਦੋਂ ਉਸ ਗੋਹੇ ਦੇ ਵਿੱਚ ਲਿਫਾਫਾ ਚਲੇ ਜਾਂਦਾ, ਪੋਲੀਥੀਨ ਚਲਾ ਜਾਂਦਾ, ਪਲਾਸਟਿਕ ਚਲਾ ਜਾਂਦਾ, ਤਾਂ ਉਹ ਜ਼ਿਮੀਂਦਾਰ ਕਿਸਾਨ ਵੀਰ ਵੀ ਉਹ ਗੁਰੇਜ਼ ਕਰਦੇ ਆ, ਕਿਉਂਕਿ ਉਹ ਮਿਹਨਤ ਵਾਲਾ ਕੰਮ ਹੋ ਜਾਂਦਾ। ਉਸ ਤੋਂ ਬਾਅਦ ਉਹਨੂੰ ਚੱਕਣਾ ਤੇ ਉਹ ਪੈਲੀ ਦਾ ਨੁਕਸਾਨ ਕਰਦਾ। ਅੱਛਾ, ਇਹਦੀ ਪਾਵਰ ਦੇ ਵਿੱਚ ਜਿਵੇਂ ਦੂਸਰੀਆਂ ਖਾਦਾਂ ਦੇਖਦੇ ਆ ਆਪਾਂ, ਹਨਾ, ਇਹਦੇ ਵਿੱਚ ਇਹ ਤਾਂ ਨਹੀਂ ਕੋਈ ਪਾਵਰ ਦੇ ਵਿੱਚ ਲੱਗਦੀ ਹੈ ਕੋਈ? ਤੁਸੀਂ ਤਾਂ ਖੇਤੀ ਦੇ ਵਿੱਚ ਇਹਨੂੰ ਯੂਜ਼ ਕਰ ਰਹੇ ਹੋ, ਹਨਾ, ਕਿੰਨੀ ਕੁ ਇਹਦੀ ਪਾਵਰ ਦੇ ਵਿੱਚ ਕੋਈ ਕਮੀ ਪੇਸ਼ੀ ਤਾਂ ਨਹੀਂ ਕੋਈ ਰਹਿੰਦੀ ਇਦਾਂ ਦੀ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਕਮੀ ਪੇਸ਼ੀ ਰਹਿੰਦੀ ਹੈ, ਕਿਉਂਕਿ ਜਦੋਂ ਅਸੀਂ ਸਿੰਥੈਟਿਕ ਦਵਾਈਆਂ ਪਾਉਂਦੇ ਆ, ਫਰਟੀਲਾਈਜ਼ਰ ਪਾਉਂਦੇ ਆ, ਉਹਦੇ ਨਾਲ ਜ਼ਮੀਨ ਦਾ ਨੁਕਸਾਨ ਹੁੰਦਾ, ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਤੇ ਜਦੋਂ ਅਸੀਂ ਇਸ ਰੂੜੀ ਨੂੰ ਪਾਉਂਦੇ ਤਾਂ ਉਹਦਾ ਨੁਕਸਾਨ ਨਹੀਂ ਹੋਏਗਾ ਕਦੀ ਵੀ, ਕਿਉਂਕਿ ਔਰ ਜਿਹੜੀ ਇਹ ਇੱਕ ਕੁਦਰਤੀ ਤੌਰ ਤੇ ਬਣੀ ਹੋਈ ਆ। ਜਦੋਂ ਰੂੜੀ ਲੱਗਦੀ ਆ ਉਹ ਕਈ ਸਾਲਾਂ ਤੱਕ ਲੱਗੀ ਰਹਿੰਦੀ ਹੈ, ਤਾਂ ਉਹਨੂੰ ਦੁਬਾਰਾ ਜਦੋਂ ਅਸੀਂ ਚੱਕਦੇ ਆ ਤਾਂ ਉਹ ਪੂਰਨ ਰੂਪ ਵਿੱਚ ਰੂੜੀ ਬਣ ਜਾਂਦੀ ਹੈ, ਹਨਾ ਜੀ। ਜਿੰਨੀ ਜ਼ਿਆਦਾ ਰੂੜੀ ਗਲੇਗੀ ਉਨਾ ਜ਼ਿਆਦਾ ਉਹ ਲਾਹੇਵੰਦ ਹੋਊਗੀ, ਇਹਦੇ ਵਿੱਚ ਜੀਵ ਜੰਤੂ ਗੰਡੋਏ ਵਗੈਰਾ ਪੈਦਾ ਹੋਣਗੇ ਤੇ ਇਹਦੀ ਗੰਦਗੀ ਨੂੰ ਖਾਣਗੇ। ਤੇ ਇਸ ਵੇਲੇ ਪੂਰੀ ਖਾਦ ਹੈ, ਜੇਕਰ ਇਹਨੂੰ ਕਿਤੇ ਪਾ ਦਿੱਤਾ ਜਾਵੇ ਤੇ ਮੈਨੂੰ ਨਹੀਂ ਲੱਗਦਾ ਉੱਥੇ ਫਰਟੀਲਾਈਜ਼ਰ ਦੀ ਲੋੜ ਪਊਗੀ। ਜੇ ਅਸੀਂ ਫਰਟੀਲਾਈਜ਼ਰ ਪਾਉਂਦੇ ਆ ਜਾਂ ਇਹੋ ਜਿਹੀਆਂ ਦਵਾਈਆਂ ਪਾਉਂਦੇ ਆ, ਯੂਰੀਆ ਵਗੈਰਾ, ਤਾਂ ਉਹ ਕਿਤੇ ਨਾ ਕਿਤੇ ਅਸੀਂ ਜਾਣਦੇ ਹਾਂ, ਸਾਰੇ ਜਾਣਦੇ ਆ ਕਿ ਉਹ ਕਿਤੇ ਨਾ ਕਿਤੇ ਸਾਡੀ ਜ਼ਮੀਨ ਦੇ ਵਾਸਤੇ ਨੁਕਸਾਨਦਾਇਕ, ਉਹਦੀ ਸਿਹਤ ਵਾਸਤੇ ਨੁਕਸਾਨਦਾਇਕ। ਅੱਛਾ, ਪਿੰਡ ਦਾ ਫਿਰ ਸਾਰਾ ਕਚਰਾ ਕਿਵੇਂ ਇੱਥੇ ਡੰਪ ਰੱਖਿਆ, ਕਿਵੇਂ ਲਿਆਉਂਦੇ ਪਿੰਡ ਦੇ ਵਿੱਚੋਂ? ਇਹ ਸਾਰਾ ਡਿਊਟੀਆਂ ਲਗਾਈਆਂ ਨੇ, ਕਿਵੇਂ ਚੱਲਦਾ? ਪਿੰਡ ਦੇ ਵਿੱਚ ਅਸੀਂ ਰੁਜ਼ਗਾਰ ਦਿੱਤਾ ਹੋਇਆ ਜੀ। ਇੱਕ ਮੋਟਰਸਾਈਕਲ ਤੇ ਰੇਹੜੀ ਬਣਾਈ ਹੋਈ ਆ, ਉਹ ਇੱਕ ਵੀਰ ਜਿਹੜਾ ਸਾਡਾ ਉਹਨੂੰ ਸਾਰਿਆਂ ਨੂੰ ਇਕੱਠਾ ਕਰਦਾ, ਘਰ ਭਰਤੀ ਇੱਕ ਦਿਨ ਛੱਡ ਕੇ ਜਾਂਦੇ ਨੇ ਉਹ, ਤੇ ਘਰ ਭਰਤੀ ਉਹਨਾਂ ਨੂੰ ਕੂੜੇ ਨੂੰ ਲੈ ਕੇ ਆਉਂਦਾ ਤੇ ਇੱਥੇ ਅਸੀਂ ਉਹਨੂੰ ਲੈ ਕੇ ਆ ਰਹੇ ਹਾਂ। ਪਰ ਕੋਸ਼ਿਸ਼ ਹੈ ਕਿ ਅਸੀਂ ਉਹਨੂੰ ਸੈਗਰੀਗੇਟ ਕਰ ਦਈਏ, ਘਰ ਤੋਂ ਹੀ ਸੈਗਰੀਗੇਟ ਕਰ ਦਈਏ। ਗਿੱਲਾ ਕੂੜਾ ਜਿਹੜਾ ਉਹ ਵੱਖਰਾ, ਸੁੱਕਾ ਕੂੜਾ ਵੱਖਰਾ, ਪਲਾਸਟਿਕ ਸਾਰਾ ਕੁਝ A to Z ਅਸੀਂ ਉਹਨੂੰ ਕਰਨ ਦੀ ਕੋਸ਼ਿਸ਼ ਦੇ ਵਿੱਚ ਆ। ਉਮੀਦ ਆ ਰੱਬ ਕਿਰਪਾ ਕਰੇ, ਕਰਾਂਗੇ ਜ਼ਰੂਰ। ਅੱਛਾ, ਇਹਦੀ ਕੋਈ ਕਪੈਸਿਟੀ ਵਗੈਰਾ ਵੀ ਹੈਗੀ ਹੈ ਵੀ ਕਿੰਨੀ ਚਲਾਈ ਜਾ, ਲਗਾਤਾਰ ਨੱਪੀ ਜਾਵੇ, ਇਹਨੂੰ ਕੋਈ ਦਿੱਕਤ ਨਹੀਂ ਭਾਵੇਂ? ਕੋਈ ਪ੍ਰੋਬਲਮ ਨਹੀਂ, ਕਿਉਂਕਿ ਜਨਰੇਟਰ ਤੇ ਚੱਲਣੀ ਆ, ਮੋਟਰ ਚੱਲ ਰਹੀ ਆ, ਅਸੀਂ ਮੋਟਰਾਂ ਦੇਖ ਹੀ ਦਿਨ ਰਾਤ ਚੱਲਦੀਆਂ ਨੇ, ਕੋਈ ਪ੍ਰੋਬਲਮ ਨਹੀਂ ਆਉਂਦੀ। ਹਾਂ, ਬਸ ਜਿਹੜੇ ਬੰਦੇ ਨੇ JCB ਨੂੰ ਆਪਰੇਟ ਕਰਨਾ, ਜਿਹਨੇ ਚੱਕ ਕੇ ਕੂੜਾ ਵਿੱਚ ਸਿੱਟਣਾ, ਉਹ ਮਾਹਰ ਹੁੰਦਾ ਇਸ ਚੀਜ਼ ਦਾ। ਉਹਨੂੰ ਪਤਾ ਹੁੰਦਾ ਵੀ ਜੇ ਮੈਂ ਇਹ ਤੋਂ ਵੱਧ ਇਹਦੇ ਉੱਤੇ ਲੋਡ ਪਾਇਆ ਤਾਂ ਮੋਟਰ ਸੜ ਸਕਦੀ ਹੈ। ਬਸ ਇੰਨਾ ਕਾ ਵੀ ਜਿੰਨਾ ਕੋ ਲੋਡ ਚੱਲ ਰਹੀ ਹੈ ਸਿਰਫ ਉਹਨਾਂ ਕਿ ਉਹਦੇ ਤੇ ਪਾਉਣਾ ਤਾਂ ਉਹ ਚੱਲ ਜੇ। ਅੱਛਾ ਸਰਪੰਚ ਸਾਹਿਬ, ਇਸ ਮਸ਼ੀਨ ਵੱਲ ਦੇਖ ਕੇ ਇਹਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਬਹੁਤ ਚੰਗੇ ਪੱਤਰਕਾਰਾਂ ਦੇ ਵੱਲੋਂ ਵੀਡੀਓਜ਼ ਨੂੰ ਸ਼ੇਅਰ ਵੀ ਕੀਤਾ ਜਾ ਰਿਹਾ। ਤਾਂ ਤੁਸੀਂ ਤਾਂ ਦੱਸਿਆ ਵੀ ਕਾਫੀ ਚਿਰ ਦਾ ਲਾਹਾ ਲੈ ਰਹੇ ਅਸੀਂ ਪਿੰਡ ਵਾਸੀ, ਆਲੇ ਦੁਆਲੇ ਪਿੰਡਾਂ ਵਾਲੇ ਵੀ ਆਉਂਦੇ ਨੇ ਵੀ ਸਾਡੇ ਪਿੰਡ ਵੀ 4 ਦਿਨ ਛੱਡ ਜਾਓ, ਅਸੀਂ ਵੀ ਪਿੰਡ ਦਾ ਕਚਰਾ ਜਾਂ ਗੰਦ ਮੁਕਾ ਲਈਏ। ਤਕਰੀਬਨ ਬਾਬਾ ਜੀ ਦੀ ਸੋਚ ਹੀ ਹੈਗੀ ਆ ਜੀ। ਉਹ ਜਦੋਂ ਸਾਨੂੰ ਲੋੜ ਪੈਂਦੀ ਆ ਵੀ ਅਸੀਂ ਸਾਡੇ ਕੋਲ, ਕਿਉਂਕਿ ਨਰਸਰੀ ਦੀ ਹੈ ਜੀ ਮਨਰੇਗਾ ਦੇ ਵਿੱਚ, ਤੇ ਬਾਬਾ ਜੀ ਦੀ ਆਪਣੀ ਪਰਸਨਲ ਨਰਸਰੀ ਵੀ ਹੈਗੀ ਆ, ਉਹਦੇ ਵਿੱਚ ਬੂਟੇ ਤਿਆਰ ਕੀਤੇ ਜਾਂਦੇ ਆ ਹਰ ਸਾਲ ਹੀ, ਲੱਖਾਂ ਦੇ ਵਿੱਚ ਜਿਹੜਾ ਬੂਟਾ ਪ੍ਰਸ਼ਾਦ ਦੇ ਰੂਪ ਵਿੱਚ ਵੰਡਿਆ ਜਾਂਦਾ। ਤੇ ਉਹ ਜਦੋਂ ਵੀ ਲੋੜ ਪੈਂਦੀ ਹੈ ਜੀ ਰੂੜੀ ਦੀ, ਤਾਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਛਾਣ ਲਈਆਂ ਜਾਂਦੀਆਂ। ਆਪ ਹੀ ਬਾਬਾ ਜੀ ਉਦਮ ਕਰਕੇ ਤੇ ਅੱਗੇ ਲੱਗ ਕੇ ਉਹ ਪਿੰਡਾਂ ਦੀਆਂ ਰੂੜੀਆਂ, ਨੇੜੇ ਸਾਰੇ ਪਿੰਡਾਂ ਦੀਆਂ ਰੂੜੀਆਂ ਉਹ ਛਾਣ ਚੁੱਕੇ ਹਾਂ ਜੀ ਅਸੀਂ 1-2 ਵਾਰੀ। ਤੇ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਆ, ਹਰ ਇੱਕ ਨੂੰ ਜੀ ਆਇਆਂ ਨੂੰ ਆ ਜੀ, ਕੋਈ ਵੀ ਲਿਜਾ ਸਕਦਾ ਇਹਨੂੰ। ਤੇ ਵੈਸੇ ਤਾਂ ਬੜੀ ਸੌਖੀ ਆ, ਜੇਕਰ ਕੋਈ ਹਰ ਇੱਕ ਪੰਚਾਇਤ ਬਣਾਉਣਾ ਵੀ ਚਾਹਵੇ ਤਾਂ ਗ੍ਰਾਂਟਾਂ ਸਰਕਾਰ ਇਸ਼ੂ ਕਰਦੀ ਹੈ, ਜਿੱਥੇ ਮਰਜ਼ੀ ਲਗਾ ਸਕਦੇ, ਬਣਾ ਸਕਦੇ, ਆਪਣੀ ਪਰਸਨਲ ਵੀ ਬਣਾ ਸਕਦੇ, ਇਨਕਮ ਦਾ ਸੋਰਸ ਵੀ ਹੋ ਸਕਦਾ। ਇਹ ਕਿਸੇ ਨੂੰ ਦਿੱਤੀ ਵੀ ਜਾ ਸਕਦੀ ਆ ਵੀ 2-4 ਬੰਦੇ ਇਹਨਾਂ ਤੇ ਇਸੇ ਤੇ ਕੰਮ ਕਰਨ ਤੇ ਪਿੰਡਾਂ ਦੀਆਂ ਰੂੜੀਆਂ ਛਾਣੀਆਂ, ਇਨਕਮ ਦਾ ਸੋਰਸ। ਬਿਲਕੁਲ ਇਹ ਇੱਕ ਰੋਜ਼ਗਾਰ ਦਾ ਸਾਧਨ ਵੀ ਹੈ। ਹੁਣ ਵੀ ਆਪਾਂ ਬਾਈ ਹੁਣੀ ਦੇਖ ਰਹੇ ਸੀਗੇ ਵੀ ਇੱਕ ਟਰੈਕਟਰ ਆਪਰੇਟ ਕਰ ਰਿਹਾ, ਇੱਕ JCB ਆਪਰੇਟ ਕਰ ਰਿਹਾ, ਤਾਂ ਤਮਾਮ ਚੀਜ਼ਾਂ ਜਿਹੜੀਆਂ ਕਹਿੰਦੇ ਵੀ ਕਚਰਾ ਵੀ ਅੱਜ ਕੰਮ ਆ ਰਿਹਾ, ਹਨਾ। ਤਾਂ ਇਹ ਇੱਕਦਮ ਸਾਫ਼ ਹੋ ਗਿਆ, ਬਿਲਕੁਲ ਮਿੱਟੀ ਵਾਂਗ ਦਿਖ ਰਿਹਾ, ਹਨਾ। ਤਾਂ ਇਹਨੂੰ ਮਿਲਾਉਣਾ ਵੀ ਮੈਨੂੰ ਲੱਗਦਾ ਖੇਤ ਦੇ ਵਿੱਚ ਬਹੁਤ ਸੌਖਾ, ਕਿਉਂਕਿ ਦੂਸਰਾ ਜਦੋਂ ਆਪਾਂ ਰੂੜੀ ਸੁੱਟਦੇ, ਤੁਸੀਂ ਵੀ ਜ਼ਿਕਰ ਕੀਤਾ ਵੀ ਉਹਦੇ ਵਿੱਚ ਕੱਚ ਦਾ ਵੀ ਕਈ ਵਾਰ ਖਤਰਾ ਹੁੰਦਾ ਹੈ, ਕਈ ਵਾਰ ਲਿਫਾਫੇ ਤਾਂ ਆਮ ਹੁੰਦੇ ਹੀ ਨਹੀਂ ਉਹਨਾਂ ਰੂੜੀਆਂ। ਜੀ ਬਿਲਕੁਲ, ਬੜਾ ਆਸਾਨ ਹੈ। ਜਦੋਂ ਤੁਸੀਂ ਇਹਨੂੰ ਦੇਖੋਗੇ, ਇਹਦੀ ਡਿਮਾਂਡ ਜ਼ਿਆਦਾ ਹੈ। ਅਸਲ 'ਚ ਥੋੜੀ ਦਿੱਕਤ ਹੈ ਕਿ ਜਾਂ ਤਾਂ ਪਿੰਡਾਂ ਦੇ ਕੋਲ ਸਾਧਨ ਨਹੀਂ ਹੈਗੇ। ਹੁਣ ਸਾਡੇ ਕੋਲ ਮਸ਼ੀਨ ਹੈ ਤਾਂ ਅਸੀਂ ਇਹਨੂੰ ਛਾਣ ਰਹੇ ਹਾਂ, ਤੇ ਜੇਕਰ ਸੁਸਾਇਟੀਆਂ ਦੇ ਵਿੱਚ ਇਹ ਮਸ਼ੀਨਾਂ ਹੋਣ ਤਾਂ ਬੜਾ ਸੌਖਾ। ਤੇ ਉਹ ਜ਼ਿਮੀਂਦਾਰ ਲਿਜਾ ਕੇ ਜਾਂ ਪਿੰਡਾਂ ਦੀਆਂ ਪੰਚਾਇਤਾਂ ਲਿਜਾ ਕੇ ਉਹਦੇ ਜਿੰਨਾ ਰੁਪਈਆ ਉਹਦਾ ਕਿਰਾਇਆ ਵਗੈਰਾ ਜੋ ਵੀ ਕਰ ਸਕਦੇ ਆ, ਤਾਂ ਉਹਨੂੰ ਛਾਣ ਕੇ। ਇਸ ਤੋਂ ਬਾਅਦ ਇਹਦੀ ਡਿਮਾਂਡ ਬਹੁਤ ਹੈ। ਜੇਕਰ ਅਸੀਂ ਦੇਖੀਏ ਅੱਜ ਡਿਮਾਂਡ ਹਰ ਇੱਕ ਚੀਜ਼ ਦੀ ਬਹੁਤ ਹੈ। ਸਾਡੇ ਕੋਲ ਗੰਦਾ ਪਾਣੀ ਹੈ ਤਾਂ ਉਹਦੀ ਡਿਮਾਂਡ ਬਹੁਤ ਹੈ। ਜਿਸ ਜਗ੍ਹਾ ਆਪਾਂ ਖੜੇ ਹਾਂ, ਇਸ ਜਗ੍ਹਾ ਤੇ ਸਾਡੇ ਪਿੰਡ ਦਾ ਗੰਦਾ ਪਾਣੀ ਵੀ ਲੱਗਦਾ, ਤੇ ਤਕਰੀਬਨ ਸਾਡੇ ਕੋਲ 15-18 ਖੇਤਾਂ ਦਾ ਪਾਣੀ ਹੈ। ਇਸ ਤੋਂ ਬਾਅਦ ਸਾਡੇ ਕੋਲ ਪਾਣੀ ਨਹੀਂ। ਸਾਡੇ ਕੋਲ ਪਾਣੀ ਵੀ ਗੰਦਾ ਘੱਟ ਹੈ। ਸਾਡੇ ਕੋਲ ਜਿਹੜਾ ਵਾ ਉਹ ਜਿਹੜੀ ਗੰਦਗੀ ਆ ਉਹ ਵੀ ਘੱਟ ਹੈ। ਜੇਕਰ ਅਸੀਂ ਇਹਨੂੰ ਚੰਗੇ ਪਾਸੇ ਯੂਜ਼ ਕਰਨਾ ਹੋਵੇ ਫਿਰ ਬਹੁਤ ਘੱਟ ਹੈ। ਜੇਕਰ ਅਸੀਂ ਇਹਨੂੰ ਨਹੀਂ ਸਾਂਭਣਾ ਤਾਂ ਗੰਦਾ ਪਾਣੀ ਵੀ ਬੇਸ਼ੁਮਾਰ ਹੈ ਪੰਜਾਬ ਦੇ ਵਿੱਚ, ਤੇ ਗੰਦਗੀ ਬਹੁਤ ਹੈ, ਕੂੜਾ ਕਰਕਟ ਬਹੁਤ ਹੈ। ਅਸੀਂ ਆਮ ਹੀ ਦੇ ਦਿਆਂਗੇ ਸ਼ਹਿਰ ਭਰੇ ਆ, ਪਿੰਡਾਂ ਦੀਆਂ ਰਸਤੇ ਭਰੇ ਆ, ਪਿੰਡਾਂ ਦਾ ਆਲਾ ਦੁਆਲਾ ਭਰਿਆ, ਇਸੇ ਕਰਕੇ। ਮੈਂ ਤੁਹਾਡੇ ਪਿੰਡ ਦਾ ਵੀ ਆਪਾਂ ਫੇਰੀ ਦਿੱਤੀ ਤਾਂ ਕਿਤੇ ਵੀ ਸਾਨੂੰ ਰੂੜੀ ਦੇ ਢੇਰ ਜਾਂ ਇਦਾਂ ਕੁਝ ਨਹੀਂ ਲੱਭਾ, ਤਾਂ ਉਹ ਸਾਰਾ ਫਿਰ ਕਚਰਾ ਇੱਥੇ ਨਾਲ ਦੀ ਨਾਲ ਆਈ ਪਹੁੰਚੀ ਜਾਂਦਾ ਨਾ। ਉਹਦੇ ਨਾਲ ਦੂਸਰਾ ਪੱਖ ਇਹ ਵੀ ਪਿੰਡ ਨੂੰ ਸੋਹਣਾ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਵੀ ਅੱਜ ਪੂਰੇ ਭਾਰਤ ਦੇ ਵਿੱਚ ਸੰਤ ਬਾਬਾ ਬਲਵੀਰ ਸਿੰਘ ਜੀ ਜਾਣੇ ਜਾਂਦੇ ਨੇ ਸਵੱਛਤਾ ਨੂੰ ਲੈ ਕੇ, ਪਰਿਆਵਰਨ ਦੇ ਪ੍ਰੇਮੀ ਦੇ ਤੌਰ
ਤੌਰ ਦੇ ਉੱਤੇ, ਤਾਂ ਉਹ ਵੀ ਇੱਕ ਚੰਗਾ ਪਿੰਡ ਤੋਂ ਮੈਸੇਜ ਆਉਂਦਾ, ਸਾਫ਼ ਸਫਾਈ ਦਾ ਇੱਕ ਮੈਸੇਜ ਆ ਰਿਹਾ। ਇੰਨਾ ਸਾਫ਼ ਸੁਥਰਾ ਪਿੰਡ ਹੈ, ਮੋੜਾਂ ਦੇ ਉੱਤੇ ਲੱਖਾਂ ਰੁਪਏ ਦੀਆਂ ਗਲੀਆਂ ਬਣੀਆਂ ਹੁੰਦੀਆਂ, ਨਾਲ ਹੀ ਮੋੜ ਦੇ ਉੱਤੇ ਵੱਡਾ ਢੇਰ ਆ ਜਾਂਦਾ, ਤਾਂ ਪਿੰਡ ਵੀ ਸੋਹਣਾ ਬਣਦਾ ਇਹਦੇ ਨਾਲ। ਤਾਂ ਬਿਲਕੁਲ ਜੀ, ਦੇਖੋ ਬਾਬਾ ਜੀ ਤਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਅਨੁਭਵ ਬਹੁਤ ਹੈ, ਵਾਤਾਵਰਨ ਪ੍ਰਤੀ ਸਾਰਾ ਸੰਸਾਰ ਹੀ ਜਾਣਦਾ ਕਿ ਉਹਨਾਂ ਦੀ ਜਿਹੜੀ ਉਹ ਭਾਵਨਾ ਹੈ ਬੜੀ ਸਾਫ਼ ਸੁਥਰੀ ਹੈ, ਤੇ ਉਹ ਦਿਨ ਰਾਤ 24 ਘੰਟੇ ਚੱਤੋ ਪੈਰ ਉਹ ਇਸੇ ਕਰਕੇ ਲੱਗੇ ਹੋਇਆ ਕਿ ਸਾਡਾ ਵਾਤਾਵਰਨ ਉਹ ਸ਼ੁੱਧ ਹੋ ਜਾਏ। ਤੇ ਨਹੀਂ ਤਾਂ ਉਹ ਵੀ ਬਹਿ ਸਕਦੇ ਨੇ ਚੁੱਪ ਕਰਕੇ, ਕਿਉਂਕਿ ਸਾਰੇ ਬੈਠੇ ਤਾਂ ਉਹ ਵੀ ਬਹਿ ਹੀ ਸਕਦੇ ਨੇ, ਪਰ ਨਹੀਂ, ਉਹ ਦਿਲ ਵਿੱਚ ਦਰਦ ਹੈ ਕਿ ਇੱਕ ਸਾਡੀ ਆਮ ਜਿਹੜਾ ਬਹੁਤ ਗਰੀਬੀ ਲੈਵਲ ਤੇ ਲੋਕ ਰਹਿ ਰਿਹਾ ਉਹ ਮਰਦੇ ਨੇ। ਇਹਨਾਂ ਚੀਜ਼ਾਂ ਦੇ ਨਾਲ ਨੁਕਸਾਨ ਵੀ ਉਹਨਾਂ ਨੂੰ ਹੋਣਾ, ਗੰਦੇ ਪਾਣੀਆਂ ਨਾਲ ਜਾਂ ਗੰਦਗੀ ਦੇ ਨਾਲ ਉਹਨਾਂ ਲੋਕਾਂ ਨੂੰ ਨੁਕਸਾਨ ਹੋ। ਤੁਸੀਂ ਆਮ ਦੇਖੋਗੇ ਕਿ ਜਿਹੜੇ ਸਾਡੇ ਐਸੀ ਭਾਈਚਾਰੇ ਦੇ ਲੋਕ ਨੇ ਉਸ ਇਲਾਕੇ ਦੇ ਵਿੱਚ ਜ਼ਿਆਦਾਤਰ ਰੂੜੀਆਂ ਸਿੱਟੀਆਂ ਜਾਂਦੀਆਂ, ਉੱਥੇ ਛੱਪੜ ਬਣਾਏ ਜਾਂਦੇ ਆ ਜ਼ਿਆਦਾਤਰ, ਕਿਉਂਕਿ ਸਾਨੂੰ ਲੱਗਦਾ ਕਿ ਉਹਨਾਂ ਲੋਕਾਂ ਨੇ ਬੋਲਣਾ ਨਹੀਂ ਜਾਂ ਉਹਨਾਂ ਨੂੰ, ਪਰ ਸਾਡੇ ਵੀ ਹੈ ਇਹ ਜਿਹੜਾ ਸਾਡਾ ਛੱਪੜ ਹੈ ਉਹ ਐਸੀ ਭਾਈਚਾਰੇ ਦੇ ਸਿਸਟਮ 'ਚ ਆ। ਪਰ ਉੱਥੇ ਜਾ ਕੇ ਦੇਖੋਗੇ ਤੁਸੀਂ, ਸਾਰੀ ਦੁਨੀਆ ਜਾਣਦੀ ਹੈ ਕਿ ਸੀਚੇ ਵਾਲਾ ਮਾਡਲ ਕੀ ਹੈ। ਉਸ ਜਗ੍ਹਾ ਦੇ ਕੰਢੇ ਗੁਰਦੁਆਰਾ ਬਣਿਆ ਹੋਇਆ, ਉੱਥੇ ਨਿਆਣੇ ਬੱਚੇ ਖੇਡਦੇ ਆ, ਸਾਰੇ ਲੋਕੀ ਆ ਕੇ ਸੈਰ ਕਰਦੇ ਆ, ਕੋਈ ਪ੍ਰੋਬਲਮ ਨਹੀਂ ਉੱਥੇ, ਹੈ ਨਾ। ਜੇਕਰ ਇਹਨੂੰ ਸਾਰਥਿਕ ਤੌਰ ਤੇ ਲਾਓ ਤਾਂ ਬੜਾ ਵਧੀਆ। ਉਹ ਬਾਬਾ ਜੀ ਦਾ ਅਨੁਭਵ ਹੈ, ਜਿਹੜਾ ਉਹ ਅਨੁਭਵ ਉਹਨਾਂ ਨੇ ਇੱਕ ਸੇਧ ਦਿੱਤੀ ਹੋਈ ਹੈ, ਤੋਂ ਅਨੁਭਵ ਦੇ ਨਾਲ ਉਹ ਅੱਗੇ ਤੋਂ ਅੱਗੇ ਕਦਮ ਪੜ੍ਹਦੇ ਤਾਂ ਕਿ ਕੁਛ ਆਪਦਾ ਯੋਗਦਾਨ ਪਾਇਆ ਜਾ ਸਕੇ। ਬਿਲਕੁਲ, ਬਹੁਤ ਸਾਰੇ ਲੋਕ ਅਜੇ ਵੀ ਕਮੈਂਟਸ ਦੇ ਵਿੱਚ ਜਾਂ ਦੇਖ ਰਹੇ ਹੋਣਗੇ, ਮਨ ਦੇ ਵਿੱਚ ਸੋਚ ਰਹੇ ਹੋਣਗੇ ਜਾਂ ਆਪਸੀ ਗੱਲ ਕਰ ਰਹੇ ਹੋਣਗੇ ਕਿ ਕੋਈ ਖਾਸ ਚੀਜ਼ ਨਹੀਂ ਹੈ, ਵੀ ਇੱਕ ਸਿੰਪਲ ਛਾਨਣਾ ਲਾਇਆ। ਪਰ ਤੁਸੀਂ ਜੇਕਰ ਪੂਰੇ ਪੰਜਾਬ ਦੇ ਅੰਕੜੇ ਕੱਢੋ ਤਾਂ ਮੈਨੂੰ ਲੱਗਦਾ ਵੀ ਇੰਨੀ ਸਧਾਰਨ ਮਸ਼ੀਨ ਤੁਹਾਨੂੰ ਇਸ ਕੰਮ ਲਈ ਪਿੰਡ 'ਚ ਕੋਈ ਇੱਕ ਸੀਚੇਵਾਲ ਤੋਂ ਇਲਾਵਾ ਕੋਈ ਇੱਕ ਅੱਧਾ ਪਿੰਡ ਸ਼ਾਇਦ ਉਹ ਵੀ ਇੱਥੋਂ ਬਣ ਕੇ ਗਈ ਮਸ਼ੀਨ ਉੱਥੇ ਮਿਲੂਗੀ, ਨਹੀਂ ਤਾਂ ਤੁਹਾਨੂੰ ਫਿਰ ਜਿੰਨੀ ਇਹ ਆਮ ਤੁਹਾਨੂੰ ਦੇਖਣ 'ਚ ਲੱਗ ਰਹੀ ਹੋਵੇਗੀ ਉਨੀ ਇਹਦੀ ਜਿਹੜੀ ਅਜੇ ਤੱਕ ਕਹਿ ਲਈਏ ਵੀ ਗਰਾਊਂਡ ਦੇ ਉੱਤੇ ਪਹੁੰਚੀ ਨਹੀਂ ਹੈ। ਜੇ ਗਰਾਊਂਡ 'ਤੇ ਪਹੁੰਚੀ ਹੁੰਦੀ ਤਾਂ ਅੱਜ ਪਿੰਡਾਂ ਦੇ ਵਿੱਚ ਗੰਦਗੀ ਦੇ ਢੇਰ ਨਾ ਲੱਗਦੇ। ਤਾਂ ਰਿਪੋਰਟ ਨੂੰ ਦਿਖਾਉਣ ਦਾ ਮਕਸਦ ਸਿਰਫ ਇੰਨਾ ਹੀ ਹੈ। ਕਰੋੜਾਂ ਰੁਪਇਆ ਕਈਆਂ ਨੂੰ ਗ੍ਰਾਂਟਾਂ ਪਿੰਡਾਂ ਨੂੰ ਆਉਂਦੀਆਂ ਨੇ ਬਹੁਤ ਸਾਰੀਆਂ ਸਕੀਮਸ ਦੇ ਵਿੱਚ, ਪਰ ਜੇਕਰ ਆਪਾਂ ਇਦਾਂ ਦਾ ਇੱਕ ਪ੍ਰੋਜੈਕਟ, ਛੋਟਾ ਪ੍ਰੋਜੈਕਟ ਹੈ, 2 ਤੋਂ 3 ਲੱਖ ਰੁਪਇਆ, ਲਗਭਗ 3 ਲੱਖ ਰੁਪਏ ਦਾ ਖਰਚਾ ਆਊਗਾ ਇਸ ਮਸ਼ੀਨ ਨੂੰ ਬਣਾਉਣ 'ਤੇ, ਤਾਂ ਘੱਟੋ ਘੱਟ ਜੇਕਰ 5 ਪਿੰਡ ਵੀ ਰਲ ਕੇ ਬਣਾ ਲੈਣ ਤਾਂ ਮੈਨੂੰ ਲੱਗਦਾ ਵੀ 5 ਪਿੰਡਾਂ ਨੂੰ ਇਹਦਾ ਲਾਹਾ ਮਿਲ ਸਕਦਾ। 5 ਪਿੰਡਾਂ ਦੇ ਵਿੱਚ ਟਰੈਕਟਰ ਦੇ ਪਿੱਛੇ ਪਾ ਕੇ ਆਸਾਨੀ ਦੇ ਨਾਲ ਲਿਜਾਈ ਜਾ ਸਕਦੀ ਹੈ। ਇੱਕ ਸਿੰਪਲ ਮੋਟਰ ਲੱਗੀ ਹੈ, JCB ਲਿਆ ਕੇ ਜੇ 2 ਘੰਟੇ ਵੀ ਕਰੇ ਕੰਮ ਤਾਂ ਤੁਹਾਨੂੰ ਪ੍ਰੋਪਰ ਇੱਕ ਤਾਂ ਗੰਦਗੀ ਮੁਕਾ ਦੂਗੀ, ਦੂਸਰਾ ਖਾਦ ਦੇ ਕੇ ਜਾਊਗੀ। ਤਾਂ ਬੇਸ਼ੱਕ ਦੇਖਣ 'ਚ ਸਿੰਪਲ ਹੈ ਪ੍ਰੋਜੈਕਟ, ਪਰ ਇਸ ਆਈਡੀਆ ਨੂੰ ਘਰ ਘਰ ਪਹੁੰਚਾਉਣਾ ਹੀ ਜਿਹੜੀ ਹੈ ਮੈਨੂੰ ਲੱਗਦਾ ਵੀ ਉਹ ਇੱਕ ਪੋਜ਼ਿਟਿਵਿਟੀ ਹੋਊਗੀ। ਵੀਡੀਓ ਇਹ ਸਟੋਰੀ ਵੀ ਇਸ ਕਰਕੇ ਹੀ ਕਰ ਰਹੇ ਹਾਂ ਕਿ ਇਹਦੇ ਵੱਲ ਦੇਖ ਕੇ ਹੋਰ ਪਿੰਡ ਵੀ ਪ੍ਰੇਰਿਤ ਹੋਣ, ਹੋਰ ਪਿੰਡਾਂ ਦੇ ਵਿੱਚ ਵੀ ਅਜਿਹੇ ਪ੍ਰੋਜੈਕਟ ਬਣਨ ਔਰ ਪਿੰਡਾਂ ਦੇ ਵਿੱਚ ਗੰਦਗੀ ਜਿਹੜੀ ਹੈ ਉਹ ਖਤਮ ਹੋਵੇ, ਬਿਮਾਰੀਆਂ ਤੋਂ ਵੀ ਨਿਜਾਤ ਮਿਲੂਗੀ। ਔਰ ਹੁਣ ਸਰਪੰਚ ਸਾਹਿਬ ਦੀ ਲਾਈਫ ਦੇ ਉੱਤੇ ਆਉਂਦੇ ਹਾਂ ਥੋੜ੍ਹਾ ਜਿਹਾ। ਸਰਪੰਚ ਸਾਹਿਬ ਦੇ ਬਾਰੇ ਮੈਂ ਦੱਸ ਦੇਵਾਂ, PhD ਨੇ ਮਿਊਜ਼ਿਕ ਦੇ ਵਿੱਚ, ਤਾਂ ਇਹ ਵੀ ਬੜੀ ਵੱਡੀ ਗੱਲ ਹੈ। ਫਿਰ ਜਦੋਂ ਇੱਕ ਮੋਢੀ ਪਿੰਡ ਦੇ ਵਿੱਚ ਦੇਸ਼ ਦੇ ਵਿੱਚ ਜਿਹਨੇ ਨਾਮ ਬਣਾਇਆ ਤਾਂ ਫਿਰ ਉਹਨੇ ਅੱਗੇ ਆ ਕੇ ਪਿੰਡ ਵਾਸੀਆਂ ਨੂੰ ਪ੍ਰੇਰਿਤ ਵੀ ਅਜਿਹਾ ਕੀਤਾ ਕਿ ਸੀਚੇਵਾਲ ਦੇ ਵਿੱਚ PhD ਨੌਜਵਾਨ ਨੂੰ, ਸਭ ਤੋਂ ਯੰਗੈਸਟ ਸਰਪੰਚ PhD ਨੇ ਜਿਹੜੇ ਸੀਚੇਵਾਲ ਦੇ। ਔਰ ਦੂਜੀ ਗੱਲ, ਇੱਥੇ ਧਿਰਾਂ ਨਹੀਂ ਹੈਗੀਆਂ, ਇੱਥੇ ਪਾਰਟੀਬਾਜ਼ੀ ਨਹੀਂ ਹੈਗੀ, ਸਰਬਸੰਮਤੀ ਦੇ ਨਾਲ ਬਣਾਇਆ ਸੀਗਾ ਸਰਪੰਚ ਸਾਹਿਬ। PhD ਇੱਕ ਪਾਸੇ, PhD ਵਾਲਾ ਬੰਦਾ ਤਾਂ ਫਿਰ ਪਿੰਡ ਦੇ ਵਿੱਚੋਂ ਕਿਨਾਰਾ ਕਰ ਜਾਂਦਾ, ਤੁਸੀਂ ਤਾਂ ਫਿਰ ਵੀ ਅੱਜ ਗੰਦਗੀ ਦੇ ਪਿੰਡ ਦੇ ਢੇਰ ਸਾਂਭਣ 'ਤੇ ਲੱਗੇ ਹੋ, ਪਿੰਡ ਦੀ ਸਫਾਈ ਕਰਨ 'ਤੇ ਲੱਗੇ ਹੋਏ। ਇੱਧਰ ਕਿਵੇਂ ਫਿਰ ਆਉਣਾ ਹੋਇਆ? PhD ਕਿਸ ਸਬਜੈਕਟ 'ਚ ਕੀਤੀ ਹੈ? ਮੇਰੀ PhD 'ਚ ਮਿਊਜ਼ਿਕ ਸਬਜੈਕਟ ਚੱਲ ਰਹੀ ਹੈ। ਤੇ ਪਰ ਦੇਖੋ ਹੁਣ ਸਾਡਾ ਪਿੰਡ ਦੁਨੀਆ ਦੇ ਨਕਸ਼ੇ ਦੇ ਧਰੁਵ ਤਾਰੇ ਵਾਂਗ ਚਮਕ ਰਿਹਾ ਜੀ। ਤੇ ਉਹ ਬਾਬਾ ਜੀ ਨੂੰ ਸਾਰੇ ਇੱਕ ਸੰਤ ਦੇ ਰੂਪ 'ਚ ਜਾਣਦੇ ਨੇ, ਪਰ ਮੈਂ ਤੁਹਾਨੂੰ ਜਾਣੂ ਕਰਵਾ ਦੇਵਾਂ ਕਿ ਉਹਨਾਂ ਨੂੰ D.Litt ਡਿਗਰੀ ਜਿਹੜੀ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਓਨਰ ਕੀਤੀ ਸੀ। ਮਤਲਬ ਉਹ ਇਹ ਸ਼ਬਦ ਬੋਲਦੇ ਹੁੰਦੇ ਆ ਕਿ ਅਸੀਂ ਤੁਹਾਨੂੰ ਡਿਗਰੀ ਦੇ ਕੇ ਆਪ ਸਨਮਾਨਿਤ ਹੋ ਰਹੇ ਹਾਂ। ਤਾਂ ਉੱਥੇ PhD ਬੜੀ ਛੋਟੀ ਚੀਜ਼ ਰਹਿ ਜਾਂਦੀ ਹੈ ਕਿਤੇ ਨਾ ਕਿਤੇ, ਕਿਉਂਕਿ ਜਿੰਨਾ ਟਾਈਮ ਇਕੱਲੀ ਪੜ੍ਹਾਈ ਕੁਝ ਨਹੀਂ ਕਰ ਸਕਦੀ। ਅਸੀਂ ਸਾਰੇ ਜਾਣਦੇ ਹਾਂ ਦੇਸ਼ ਵਿੱਚ ਪਹਾੜਿਆਂ ਦੀ ਕਹਿ ਲਓ ਤੇ ਇੰਜੀਨੀਅਰਾਂ ਦੀ ਕਹਿ ਲਓ, ਸਾਇੰਟਿਸਟ ਨੇ, ਸਾਰਾ ਕੁਝ ਹੈ ਸਾਡੇ ਦੇਸ਼ ਦੇ ਵਿੱਚ। ਜਨਸੰਖਿਆ ਪੱਖੋਂ ਵੀ ਅਸੀਂ ਪਿੱਛੇ ਨਹੀਂ ਹੈਗੇ, ਪੜ੍ਹਾਕੂਆਂ ਪੱਖੋਂ ਵੀ ਪਿੱਛੇ ਨਹੀਂ ਹੈਗੇ, ਪਰ ਕਿਉਂ ਫਿਰ ਵੀ ਸਾਡਾ ਦੇਸ਼ ਪਿੱਛੇ ਕਿਉਂ ਆ? ਕਿਉਂਕਿ ਇੱਕ ਯੋਗ ਅਗਵਾਈ ਜਿਹੜੀ ਮਿਲਣੀ ਹੁੰਦੀ ਉਹ ਨਹੀਂ ਕਿਤੇ ਨਾ ਕਿਤੇ ਸਾਨੂੰ ਮਿਲਦੀ। ਤੇ ਬਾਬਾ ਜੀ ਜਿਹੜੀ ਯੋਗ ਅਗਵਾਈ ਦੇ ਰਹੇ ਨੇ, ਉਹਨਾਂ ਦੀ ਸੋਚ ਜਿਹੜੀ ਹੈ ਕਿ ਇੱਕ ਚੰਗਾ ਵਾਤਾਵਰਨ ਸਿਰਜ ਸਕੇ, ਸਿਰਫ ਗੱਲਾਂ ਦੇ ਵਿੱਚ ਨਹੀਂ, ਕਿਉਂਕਿ ਉਹ ਆਪ ਹੱਥੀਂ ਕਰਦੇ ਨੇ। ਉਹ ਬਾਬੇ ਨਾਨਕ ਦੇ ਫਲਸਫੇ ਦੀ ਗੱਲ ਕਰਦੇ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੀ ਗੱਲ ਕਰਦੇ ਆ, ਚੁਗਿਰਦੇ ਦੀ ਗੱਲ ਕਰਦੇ ਆ, ਜਿੱਥੇ ਰਹਿ ਰਹੇ ਆ ਉੱਥੋਂ ਦੀ ਗੱਲ ਕਰਦੇ ਆ। ਇਹ ਨਹੀਂ ਕਿ ਸਿਰਫ ਸੰਦੇਸ਼ ਉਪਦੇਸ਼ ਦੇ ਕੇ ਚਲੇ ਜਾਂਦੇ ਆ, ਉਹ ਆਪ ਹੱਥੀਂ ਕਰਦੇ ਆ। ਜੇਕਰ ਮੈਂ ਨਾ ਕਰਾਂਗਾ ਤਾਂ ਉਹ ਆਪ ਕਰ ਲੈਣਗੇ। ਇਹੋ ਜਿਹਾ ਉਹਨਾਂ ਦਾ ਰਵੱਈਆ, ਇਹੋ ਜਿਹਾ ਸੁਭਾਅ ਆ। ਤੇ ਜਦੋਂ ਉਹਨਾਂ ਵੱਲ ਦੇਖੀਦਾ ਤਾਂ ਫਿਰ ਅਸੀਂ ਨਾ ਚੀਜ਼ ਆ, ਅਸੀਂ ਕੋਈ ਐਡੀ ਗੱਲ ਨਹੀਂ ਮੇਰੇ ਵਿੱਚ ਕਿ ਮੈਂ ਇੱਕ PhD ਕਰਕੇ ਕਹਾਂ ਕਿ ਮੈਂ ਹੁਣ PhD ਕਰ ਲਈ, ਡਾਕਟਰੇਟ ਹੋ ਗਿਆ ਤਾਂ ਮੈਂ ਹੱਥ ਨਹੀਂ ਲਾਉਣਾ ਕਿਸੇ ਕੰਮ ਨੂੰ। ਫਿਰ ਮੈਨੂੰ ਲੱਗਦਾ ਫਿਰ ਪੜ੍ਹਾਈ ਨਹੀਂ ਕਰਨੀ ਚਾਹੀਦੀ ਜੇਕਰ ਮੇਰੇ ਵਿੱਚ ਇਹ ਸੋਚ ਆ ਜਾਏ। ਕਿਹੜੇ ਸਬਜੈਕਟ 'ਚ ਕੀਤੀ ਸੀ PhD? ਮੇਰੀ ਮਿਊਜ਼ਿਕ ਦੇ ਵਿੱਚ ਚੱਲ ਰਹੀ ਹੈ। ਅੱਛਾ, ਫਿਰ ਕਦੀ ਐਂ ਨਹੀਂ ਲੱਗਾ ਵੀ ਮੈਂ ਕੋਈ ਜੌਬ ਕਰ ਲਵਾਂ, ਕੋਈ ਵੱਡੀ ਅਕੈਡਮੀ ਖੋਲ੍ਹ ਲਵਾਂ? PhD ਕਰਕੇ ਤਾਂ ਲੋਕ ਵਾਕਈ ਅਸਲੀ ਗੱਲ ਹੈ, ਸ਼ਹਿਰਾਂ ਵੱਲ ਨੂੰ ਵੀ ਨਾ ਕੱਤਦੇ ਨੇ, ਪਿੰਡਾਂ ਦੇ ਵਿੱਚ ਰਹਿਣਾ ਕੋਈ ਵਿਰਲਾ ਹੀ ਹੈ, ਬਹੁਤ ਘੱਟ ਲੋਕ ਨੇ ਜਿਹੜੇ ਫਿਰ ਪਿੰਡਾਂ 'ਚ ਰਹਿੰਦੇ ਨੇ।
ਅੱਜ ਕੱਲ ਤਾਂ ਚਲੋ ਮੈਨੂੰ ਲੱਗਦਾ ਕਿ ਸ਼ਹਿਰਾਂ ਵਿੱਚ ਹੁਣ ਦਮ ਘੁੱਟ ਲੱਗ ਗਿਆ ਸਾਰਿਆਂ ਦਾ, ਵੱਡੇ ਲੋਕਾਂ ਦਾ ਵੀ, ਕਿਉਂਕਿ ਉਹ ਪਿੰਡਾਂ ਵੱਲ ਨੂੰ ਆ ਰਿਹਾ, ਕਿਉਂਕਿ ਸਾਡਾ ਵਾਤਾਵਰਨ ਸਾਫ਼ ਹੈ। ਹੁਣ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਦੇਖੋ ਗਲੀਆਂ ਨਾਲੀਆਂ ਦੇ ਵਿੱਚ ਜਿਹੜਾ ਉਹ ਪਾਣੀ ਗੰਦਾ ਫਿਰਦਾ, ਤੇ ਪਿੰਡਾਂ ਦੇ ਲੋਕ ਸੂਝਵਾਨ ਹੋ ਗਿਆ, ਉਹ ਸੀਵਰੇਜ ਪਾ ਕੇ ਪਾਰਕ ਜਿੱਥੇ ਛੱਪੜ ਉੱਥੇ ਪਾਰਕਾਂ ਬਣਾ ਲੈਂਦੇ ਨੇ। ਤੇ ਜਦੋਂ ਇਦਾਂ ਰੂੜੀਆਂ ਚੱਕ ਕੇ ਅਸੀਂ ਸਾਫ਼ ਕਰਕੇ ਤਾਂ ਆਪਦਾ ਪਿੰਡ ਸਾਫ਼ ਸੁਥਰਾ ਕਰ ਲਾਂਗੇ, ਤਾਂ ਮੈਨੂੰ ਲੱਗਦਾ ਪਿੰਡ 'ਚ ਰਹਿਣਾ ਬੈਟਰ ਹੈ। ਤੇ ਸ਼ਹਿਰ ਨਾਲੋਂ ਹਾਂ, ਜ਼ਿੰਦਗੀ ਇੱਕ ਆਪਦੀ ਜਗ੍ਹਾ, ਜ਼ਿੰਦਗੀ ਜਦੋਂ ਅਸੀਂ ਜ਼ਿੰਦਗੀ ਸਰਵਾਈਵ ਕਰਨੀ ਹੈ, ਉਹ ਇੱਕ ਆਪਦੀ ਜਗ੍ਹਾ ਹੈ, ਉਹ ਆਪਦਾ ਸਮਾਂ, ਜਦੋਂ ਉਹ ਸਮਾਂ ਮਿਲਿਆ ਤਾਂ ਜ਼ਰੂਰ ਉਸ ਪਾਸੇ ਵੀ ਜਾਵਾਂਗੇ। ਗੱਲਬਾਤ ਕਰਨ ਲਈ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ। ਔਰ ਦੇਖੋ, ਮੈਨੂੰ ਇੱਕ ਖਾਸ ਜਿਹੜੀ ਗੱਲ ਚੰਗੀ ਲੱਗੀ ਹੈ, ਡੈਡੀਕੇਸ਼ਨ ਦੀ ਗੱਲ ਕੀਤੀ ਹੈ, ਤਾਂ ਸਰਪੰਚ ਸਾਹਿਬ ਦੀ ਡੈਡੀਕੇਸ਼ਨ ਆਪਣੇ ਪਿੰਡ ਨੂੰ ਲੈ ਕੇ ਬਹੁਤ ਹੈ। ਕਿਉਂਕਿ ਮੈਂ ਰੈਂਡਮਲੀ ਫੋਨ ਕੀਤਾ ਸੀ ਸਰਪੰਚ ਸਾਹਿਬ ਨੂੰ ਅੱਜ ਕਿ ਅਸੀਂ ਪਿੰਡ ਆਉਣਾ ਤੇ ਸ਼ੂਟ ਕਰਨਾ ਹੈ, ਤਾਂ ਉਹਨਾਂ ਨੇ ਕਿਹਾ ਵੀ ਜਦੋਂ ਮਰਜ਼ੀ ਆ ਜਾਓ, ਕੋਈ ਵੇਲਾ ਨਹੀਂ। ਲਗਭਗ ਜੇ ਮੈਂ ਵੇਲੇ ਦੀ ਗੱਲ ਕਰਾਂ ਤਾਂ ਸਿਖਰ ਦੁਪਹਿਰ ਹੈ, 1:30 ਤੋਂ 2 ਵਜੇ ਦਾ ਟਾਈਮ ਹੈਗਾ। ਔਰ ਇਸ ਇੰਨੀ ਧੁੱਪ ਦੇ ਵਿੱਚ ਵੀ ਸਰਪੰਚ ਸਾਹਿਬ ਨੂੰ ਕਿਹਾ ਵੀ ਸ਼ੂਟ ਕਰਨਾ, ਤੇ ਕਹਿੰਦੇ ਕੋਈ ਚੱਕਰ ਨਹੀਂ, ਇਸੇ ਟਾਈਮ ਭਾਵੇਂ ਆਉਣਾ ਹੋ ਤੇ ਇਸੇ ਟਾਈਮ ਹੀ ਆ ਜਾਓ, ਕੋਈ ਦਿੱਕਤ ਨਹੀਂ ਤਾਂ ਤੁਸੀਂ ਅੱਜ ਪਿੰਡਾਂ ਦੇ ਮਾਹੌਲ ਵੀ ਤੁਹਾਨੂੰ ਦਿਖਾਊਂਗਾ, ਤਸਵੀਰਾਂ ਸੁੰਨੀਆਂ ਗਲੀਆਂ ਨੇ, ਕਿਉਂਕਿ ਗਰਮੀ ਬਹੁਤ ਜ਼ਿਆਦਾ, 44 ਤੋਂ 45 ਡਿਗਰੀ ਤੱਕ ਦਾ ਟੈਂਪਰੇਚਰ ਹੈ, ਲੋਕ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੈ। ਔਰ ਸਾਡੀ ਵੀ ਅਪੀਲ ਇਹੀ ਹੈ ਕਿ ਲੂ ਬਹੁਤ ਹੈ, ਗਰਮੀ ਬਹੁਤ ਹੈ, ਗਰਮੀ ਤੋਂ ਬਚ ਕੇ ਰਹੋ ਜਿੰਨਾ ਬਚ ਸਕਦੇ ਹੋ। ਤਾਂ ਪ੍ਰੋਜੈਕਟ ਤੁਹਾਨੂੰ ਦਿਖਾਇਆ, ਅਪੀਲ ਸਾਡੀ ਵੀ ਹੈ ਕਿ ਜੇਕਰ ਤੁਸੀਂ ਵੀ ਕੁਝ ਆਪਣੇ ਪਿੰਡ ਦੇ ਲਈ ਕਰਨਾ ਚਾਹੁੰਦੇ ਹੋ ਤਾਂ ਅਜਿਹੇ ਪ੍ਰੋਜੈਕਟ ਪਿੰਡਾਂ ਦੇ ਵਿੱਚ ਜ਼ਰੂਰ ਲਗਾਓ। ਤੁਸੀਂ 10 ਪਿੰਡ ਰਲ ਕੇ ਵੀ ਜੇਕਰ ਇੱਦਾਂ ਦੀ ਮਸ਼ੀਨ ਕੋਈ ਪਿੰਡ 'ਚ ਲਾਉਂਦੇ ਹੋ ਤਾਂ ਹਜ਼ਾਰਾਂ ਰੁਪਇਆਂ ਦੇ ਵਿੱਚ ਤੁਹਾਡੇ ਹਿੱਸੇ ਆਉਣਗੇ। ਔਰ 10 ਪਿੰਡ ਵਾਰੋ-ਵਾਰੀ ਸਿਰ, ਇੱਕ ਮਹੀਨੇ ਦੇ ਵਿੱਚ ਜੇ 5-5 ਦਿਨ ਵੀ ਇੱਕ ਮਸ਼ੀਨ ਇੱਕ ਪਿੰਡ ਦੇ ਵਿੱਚ ਰਹਿ ਜਾਵੇ, ਵੈਸੇ ਤਾਂ 2 ਤੋਂ 3 ਘੰਟੇ ਦਾ ਕੰਮ ਹੈ JCB ਲਾ ਕੇ, ਪਰ ਜੇਕਰ ਉਹ 5-5 ਦਿਨ ਵੀ ਰੱਖ ਲੈਣ ਤਾਂ ਮੈਨੂੰ ਲੱਗਦਾ ਵੀ ਪਿੰਡ ਦੇ ਵਿੱਚ ਕਚਰਾ, ਬਿਮਾਰੀਆਂ ਤਾਂ ਖਤਮ ਹੋਣਗੀਆਂ ਹੀ, ਪਰ ਪਿੰਡ ਨੂੰ ਖਾਦ ਦੇ ਰੂਪ ਵਿੱਚ ਖਜ਼ਾਨਾ ਵੀ ਮਿਲੇਗਾ ਜੋ ਤੁਹਾਡੀਆਂ ਫਸਲਾਂ ਦੇ ਲਈ ਲਾਹੇਵੰਦ ਹੋਵੇਗਾ। ਫਿਲਹਾਲ ਕੈਮਰਾਮੈਨ ਰਈਸ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਸੀਚੇਵਾਲ।